ਲੋਕ ਇਨਸਾਫ ਪਾਰਟੀ ਦਾ ਕੀ ਰੋਲ ਰਹੂਗਾ? ਘੁਮਾ ਫਰਾ ਕੇ ਨਹੀਂ ਗੱਲ ਕਰਦਾ। ਲੋਕਾਂ ਦੇ ਕਮੈਂਟ ਆਉਂਦੇ ਨੇ, ਤੁਹਾਨੂੰ ਵੀ ਗੱਲਾਂ ਪਹੁੰਚਦੀਆਂ ਹੋਣਗੀਆਂ ਕਿ ਸਿਮਰਜੀਤ ਸਿੰਘ ਬੈਂਸ ਕਾਂਗਰਸ ਸ਼ਾਮਲ ਹੋ ਰਿਹਾ, ਸਮਝੌਤਾ ਹੋ ਰਿਹਾ। ਇਹ ਗੱਲ ਕਿਵੇਂ ਉੱਠੀ, ਕਿਉਂ ਉੱਠੀ? ਗੱਠਜੋੜ ਹੋਏਗਾ ਲੇਕਿਨ ਆਈਡੀਓਲੋਜੀ ਦੇ ਉੱਤੇ ਆਧਾਰਿਤ, ਪੰਜਾਬ ਲਈ ਜੂਝਣ ਵਾਲੇ ਲੋਕਾਂ ਦੇ ਨਾਲ, ਜਿਨ੍ਹਾਂ ਵਾਸਤੇ ਰਾਜਨੀਤੀ ਧੰਦਾ ਨਹੀਂ, ਜਿਨ੍ਹਾਂ ਵਾਸਤੇ ਰਾਜਨੀਤੀ ਇੱਕ ਦੇਸ਼ ਭਗਤੀ ਦਾ ਜਨੂੰਨ, ਲੋਕਾਂ ਦੀ ਸੇਵਾ ਦਾ ਤੇ ਕਰਪਸ਼ਨ ਦੇ ਖਿਲਾਫ ਸੰਘਰਸ਼ ਦਾ ਨਾਮ ਰਾਜਨੀਤੀ, ਉਹਨਾਂ ਦੇ ਨਾਲ ਜ਼ਰੂਰ ਜਿਹੜਾ ਤਾਲਮੇਲ ਕਰਾਂਗੇ। ਮੇਰੇ ਨਾਲੋਂ ਵੱਧ ਤਸਦੀਕ ਕਰੋਗੇ ਵੀ ਕਾਂਗਰਸ ਦੇ ਨਾਲ ਕੀ ਰਿਲੇਸ਼ਨ ਹੋ ਸਕਦਾ। ਅੱਜ ਵੇਲਾ ਨਹੀਂ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਜਾਂ ਕੈਪਟਨ ਅਮਰਿੰਦਰ ਸਿੰਘ ਦੂਜੀਆਂ ਧਿਰਾਂ ਦੇ ਖਿਲਾਫ, ਲੱਖਾ ਸਦਾਣਾ ਤੇ ਦੀਪ ਸਿੱਧੂ ਅਤੇ ਉਹਨਾਂ ਦੇ ਸਮਰਥਕ ਕਿਸਾਨ ਲੀਡਰਾਂ ਦੇ ਖਿਲਾਫ, ਕਿਸਾਨ ਲੀਡਰ ਉਹਨਾਂ ਦੇ ਖਿਲਾਫ। ਮੇਰੀ ਸਾਰਿਆਂ ਨੂੰ ਸਿਨਮਰ ਬੇਨਤੀ ਕਿ ਇੱਕ ਦੂਜੇ ਦੀ ਬਰਖਲਾਫਤ ਛੱਡ ਕੇ, ਮੱਛੀ ਸਾਡਾ ਨਿਸ਼ਾਨਾ ਨਹੀਂ, ਮੱਛੀ ਦੀ ਅੱਖ ਨਿਸ਼ਾਨਾ ਸਾਡਾ। ਬੈਂਸ ਸਾਹਿਬ, ਤੁਸੀਂ ਆਪੋਜੀਸ਼ਨ ਦੇ ਵਿੱਚ ਰਹੇ ਹੋ ਤੇ ਹੈ ਵੀ ਬੜਾ, ਚਾਹੇ ਵਿਧਾਨ ਸਭਾ ਵਿੱਚ ਤੇ ਬਾਹਰ ਹੋਵੇ, ਤੁਸੀਂ ਕੋਈ ਮੌਕਾ ਨਹੀਂ ਛੱਡਦੇ। ਤੁਹਾਨੂੰ ਫਾਇਰ ਬ੍ਰਾਂਡ ਐਮਐਲਏ ਵੀ ਕਹਿੰਦੇ ਨੇ। ਤੇ ਜਦੋਂ ਤੁਹਾਡੇ ਖਿਲਾਫ ਕੋਈ ਪੁਲਿਸ ਕੋਲ ਸ਼ਿਕਾਇਤ ਜਾਂਦੀ ਹੈ ਤੇ ਪੁਲਿਸ ਹੁਣ ਸੌਫਟ ਸਾਈਡ ਅਪਣਾਉਂਦੀ ਹੈ ਤੁਹਾਡੇ ਤੇ ਕੋਈ, ਤੇ ਵਿਰੋਧੀਆਂ ਨੂੰ ਤਾਂ ਜ਼ਰੂਰ ਮੌਕਾ ਹੀ ਮਿਲੂਗਾ ਨਾ ਇਹ ਗੱਲ ਕਹਿਣ ਦਾ ਵੀ ਬੈਂਸ ਕਾਂਗਰਸ 'ਚ ਜਾ। ਮੈਨੂੰ ਕਿਹੜੇ ਸਲੋਗਨ ਨਹੀਂ ਦਿੱਤੇ। ਬਿਜਲੀ ਚੋਰ, ਚਿੱਟਾ ਵੇਚਣ ਵਾਲਾ, ਜ਼ਮੀਨਾਂ ਜਾਇਦਾਦਾਂ ਦੇ ਕਬਜ਼ੇ ਕਰਨ ਵਾਲਾ, ਰੇਪਿਸਟ, ਕਿਹੜੀ ਗੱਲ ਕਰਾਂ ਜਿਹੜੀ ਨਹੀਂ ਇਹਨਾਂ ਨੇ ਕੀਤੀ। ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ-ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਇਹ ਮਹਿਸੂਸ ਹੋਣ ਲੱਗ ਗਿਆ ਲੋਕਾਂ ਨੂੰ ਕਿ ਸਰਕਾਰ ਜਿਹਦੀ ਆਉਂਦੀ ਆ ਤੇ ਰੇਤਾ ਬਜਰੀ ਵੀ ਉਹਦਾ ਹੀ ਆ, ਜ਼ਮੀਨ ਜਾਇਦਾਦਾਂ ਦੇ ਕਬਜ਼ੇ ਵੀ ਉਹੀ ਕਰੂਗਾ, ਟਰਾਂਸਪੋਰਟ ਵੀ ਉਹਦੀ ਹੈਗੀ ਆ। ਅਸਲ ਮਕਸਦ ਸਰਕਾਰ ਚੁਣਨ ਦਾ ਪੰਜਾਬ ਦੇ ਲੋਕ ਇਸ ਵਾਰ ਨਵੀਂ ਸਰਕਾਰ, ਨਵੇਂ ਲੋਕਾਂ, ਨਵੇਂ ਚਿਹਰਿਆਂ ਨੂੰ ਸਾਹਮਣੇ ਲਿਆ ਕੇ ਜ਼ਰੂਰ ਪੂਰਾ ਕਰਨਗੇ, ਐਸੀ ਆਸ਼ਾ ਤੇ ਉਮੀਦ। ਅੱਧੇ ਲੋਕ, ਅੱਧਿਆਂ ਨਾਲੋਂ ਵੱਧ ਲੋਕ ਉਹ ਹੈਗੇ ਆ ਰਾਜਨੀਤੀ ਦੇ ਅੰਦਰ ਜਿਹੜੇ ਕਹਿੰਦੇ ਆ ਵੀ ਸਾਡੀ ਪਾਰਟੀ ਤਾਕਤ ਦੇ ਵਿੱਚ ਆਵੇ, ਲੈ ਲਾ ਤੂੰ ਸਰਪੰਚੀ ਵੇ, ਸਰਕਾਰੀ ਪੈਸਾ ਖਾਵਾਂਗੇ, ਤਾਕਤ 'ਚ ਆ ਜਾਈਏ ਤੇ ਅਸੀਂ ਸੋਰਸਸ ਦੀ ਲੁੱਟ ਕਰੀਏ ਸੂਬੇ ਦੀ ਭਲਾਈ ਵਾਸਤੇ, ਨਾ ਕਿ ਆਪਣੇ ਘਰ ਕੋਠੇ ਭਰਨ ਵਾਸਤੇ। ਸੋ ਇਹਦੇ ਵਾਸਤੇ ਬੜੇ ਜਿਗ-ਜੈਗ, ਬੜੇ ਯੂ ਟਰਨਸ, ਸਾਰਾ ਕੁਝ ਜਿਹੜਾ ਉਹ ਸੰਭਵ ਹੋ ਜਾਂਦਾ ਰਾਜਨੀਤੀ ਦੇ ਅੰਦਰ। ਪਰ ਆਈਡੀਓਲੋਜੀ ਨਹੀਂ ਛੱਡਾਂਗੇ ਅਸੀਂ ਲੋਕਾਂ ਦੇ ਚੁਣੇ ਨੁਮਾਇੰਦੇ ਆ। ਮੁੱਦੇ ਚੁੱਕਣਾ ਤੇ ਉਹਨਾਂ ਦੀ ਪਹਿਰੇਦਾਰੀ, ਧਰਨੇ ਲਾਉਣਾ ਸਾਡਾ ਜ਼ੁੰਮਾ ਦੇਤਾ ਲੋਕਾਂ ਨੇ। ਅਸੀਂ ਅੱਜ ਘਰਾਂ 'ਚ ਬੈਠੇ ਆ। ਚਲੋ ਉਸ ਅੰਦੋਲਨ ਤੋਂ ਅੱਗੇ ਕੋਈ ਨਾ ਕੋਈ ਇੱਕ ਪ੍ਰੋਟੈਕਸ਼ਨ ਬਾਲ ਖੜੀ ਕਰ ਦਈਏ ਵੀ ਜੇ ਤੁਸੀਂ ਕੋਈ ਜ਼ਬਰ ਜ਼ੁਲਮ ਢਾਉਣਾ ਪਹਿਲਾਂ ਸਾਡੇ ਮਾਰੋ ਡਾਂਗਾ, ਫਿਰ ਕਿਸਾਨਾਂ ਕੋਲੇ ਜਾਣ ਦੇਵਾਂਗੇ। ਮੰਨੀ ਨਹੀਂ ਮੇਰੀ ਗੱਲ। ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਨੂੰ ਕੁਝ ਕੁ ਮਹੀਨੇ ਰਹਿ ਗਏ ਨੇ। ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਆਪਣੀਆਂ ਤਿਆਰੀਆਂ ਖਿੱਚ ਲਈਆਂ ਨੇ। ਲੋਕ ਇਨਸਾਫ ਪਾਰਟੀ ਵੱਲੋਂ ਵੀ ਹੁਣ ਪੰਜਾਬ ਪੱਧਰ ਦੀਆਂ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਨੇ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਲੋਕ ਇਨਸਾਫ ਪਾਰਟੀ ਦਾ ਕੀ ਰੋਲ ਰਹੂਗਾ? ਗੱਲਬਾਤ ਕਰਾਂਗੇ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨਾਲ। ਬੈਂਸ ਸਾਹਿਬ, ਬਹੁਤ ਬਹੁਤ ਸਵਾਗਤ ਹੈ। ਮਿਹਰਬਾਨੀ, ਤੁਸੀਂ ਲੁਧਿਆਣਾ ਟਾਈਮਜ਼ ਚੈਨਲ ਸਟਾਰਟ ਕੀਤਾ, ਬੜਾ ਵਾਹਿਗੁਰੂ ਤੁਹਾਨੂੰ ਤਾਕਤ ਦੇਵੇ। ਤੁਸੀਂ ਜਿਹੜੀ ਸੱਚਾਈ ਲੋਕਾਂ ਦੇ ਸਾਹਮਣੇ ਲੈ ਕੇ ਆਉਂਦੇ ਰਹੋ। ਵਿਧਾਨ ਸਭਾ ਇਲੈਕਸ਼ਨ ਹਰ ਪਾਰਟੀ ਨੇ ਆਪੋ ਆਪਣਾ ਜ਼ੋਰ ਅਜਮਾਈ ਕਰਨੀ ਹੈ। 2017 ਦੇ ਵਿੱਚ ਬੜਾ ਰੈਵੋਲੂਸ਼ਨਰੀ ਮਾਹੌਲ ਪੈਦਾ ਹੋਇਆ ਸੀ, ਪਰ ਅਨਫੋਰਚੂਨੇਟਲੀ ਜਿਹੜੇ ਟ੍ਰੈਡੀਸ਼ਨਲ ਪੋਲੀਟਿਕਸ ਕਰਨ ਵਾਲੇ ਲੋਕ ਆ, ਉਹ ਜਦੋਂ ਪੰਜਾਬ ਦੇ ਅੰਦਰ ਕੋਈ ਵੈਕਿਊਮ ਕ੍ਰੀਏਟ ਹੁੰਦਾ ਨਾ, ਉਹ ਸੰਧੀਆਂ ਕਰ ਲੈਂਦੇ ਆ ਆਪਸ ਦੇ ਵਿੱਚ ਵੀ, ਤੀਸਰਾ ਨਹੀਂ ਬਣਨ ਦੇਣਾ। ਇਸ ਵਾਰ ਇੱਕ ਗੱਲ ਬੜੀ ਤੈਅ ਲੱਗ ਰਹੀ ਹੈ ਲੋਕਾਂ ਦੇ ਰਵੱਈਏ ਰੁਝਾਨ ਤੋਂ। ਉਹ ਤੈਅ ਇਹ ਲੱਗਦੀ ਹੈ ਵੀ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਜਿਹੜਾ ਪਿਛੋਕੜ ਸੀਗਾ ਨਾ, ਜਿਹੜੀ ਉਹਨਾਂ ਨੇ ਵੱਡੀਆਂ ਗੱਲਾਂ ਕੀਤੀਆਂ, ਉਹ 5 ਸਾਲ ਦੇ ਵਿੱਚ ਦੇਖ ਲਿਆ ਵੀ ਪੂਰੀਆਂ ਕਿੰਨੀਆਂ ਹੋਈਆਂ ਨੇ। ਸੋ ਇਸ ਵਾਰ ਬਹੁਤ ਵੱਡੀ ਪੱਧਰ ਤੇ ਆਸ ਤੇ ਉਮੀਦ ਹੈਗੀ ਕਿ ਪੰਜਾਬ ਦਾ ਵੋਟਰ ਨਵੇਂ ਲੋਕਾਂ ਨੂੰ ਜ਼ਰੂਰ ਮੌਕਾ ਦਊਗਾ। ਸਰਕਾਰਾਂ ਦੇ ਡਿਊਟੀਜ਼ ਕੀ ਹੈਗੀਆਂ ਨੇ, ਸਰਕਾਰਾਂ ਦੇ ਫਰਜ਼ ਕੀ ਆ, ਸੋ ਭੁੱਲ ਗਏ ਲੋਕ। ਇਹ ਮਹਿਸੂਸ ਹੋਣ ਲੱਗ ਗਿਆ ਲੋਕਾਂ ਨੂੰ ਵੀ ਸਰਕਾਰ ਜਿਹਦੀ ਆਉਂਦੀ ਆ ਤੇ ਰੇਤਾ ਬਜਰੀ ਵੀ ਉਹਦਾ ਹੀ ਆ, ਜ਼ਮੀਨ ਜਾਇਦਾਦਾਂ ਦੇ ਕਬਜ਼ੇ ਵੀ ਉਹੀ ਕਰੂਗਾ, ਟਰਾਂਸਪੋਰਟ ਵੀ ਉਹਦੀ ਹੈਗੀ ਆ। ਅਸਲ ਮਕਸਦ ਸਰਕਾਰ ਚੁਣਨ ਦਾ ਪੰਜਾਬ ਦੇ ਲੋਕ ਇਸ ਵਾਰ ਨਵੀਂ ਸਰਕਾਰ, ਨਵੇਂ ਲੋਕਾਂ, ਨਵੇਂ ਚਿਹਰਿਆਂ ਨੂੰ ਸਾਹਮਣੇ ਲਿਆ ਕੇ ਜ਼ਰੂਰ ਪੂਰਾ ਕਰਨਗੇ, ਐਸੀ ਆਸ਼ਾ ਤੇ ਉਮੀਦ ਹੈ। ਸਾਹਿਬ, ਮੈਂ ਪਹਿਲੇ ਹੀ ਜਦੋਂ ਸਵਾਲ ਕੀਤਾ ਸੀਗਾ, ਮੈਂ ਇਹੀ ਗੱਲ ਕਹੀ ਸੀਗੀ ਵੀ ਲੋਕ ਇਨਸਾਫ ਪਾਰਟੀ ਦਾ ਕੀ ਰੋਲ ਰਹੂਗਾ। ਘੁਮਾ ਫਰਾ ਕੇ ਨਹੀਂ ਗੱਲ ਕਰਦਾ। ਹੁਣ ਠੀਕ ਹੈ,
ਟੂ ਵੇ ਕਮਿਊਨੀਕੇਸ਼ਨ ਹੁੰਦੀ ਹੈ, ਲੋਕਾਂ ਦੇ ਕਮੈਂਟ ਆਉਂਦੇ ਨੇ, ਤੁਹਾਨੂੰ ਵੀ ਗੱਲਾਂ ਪਹੁੰਚਦੀਆਂ ਹੋਣਗੀਆਂ ਕਿ ਸਿਮਰਜੀਤ ਸਿੰਘ ਬੈਂਸ ਕਾਂਗਰਸ ਸ਼ਾਮਲ ਹੋ ਰਿਹਾ, ਸਮਝੌਤਾ ਹੋ ਰਿਹਾ, ਇਹ ਗੱਲ ਕਿਵੇਂ ਉੱਠੀ, ਕਿਉਂ ਉੱਠੀ? ਤੁਹਾਨੂੰ ਯਾਦ ਹੋਊਗਾ ਮੱਕੜ ਸਾਹਿਬ, ਸਮੇਂ-ਸਮੇਂ ਦੇ ਉੱਤੇ ਬੜੀਆਂ ਚਰਚਾਵਾਂ, ਬੜਾ ਕੁਛ ਤੁਹਾਡੇ ਤੱਕ ਵੀ ਇਹ ਗੱਲ ਪਹੁੰਚੀ ਹੋਣੀ ਹੈ। ਯੈਸ, ਮੈਂ ਵੀ ਤੁਹਾਡੇ ਇਸੇ ਸਮਾਜ ਦਾ ਹੀ ਪਾਰਟ ਹੈਗਾ, ਮੇਰੇ ਤੱਕ ਵੀ ਆ ਜਾਂਦੀਆਂ ਗੱਲਾਂ। ਕਦੇ ਜਦੋਂ ਪੀਡੀਏ ਬਣਿਆ ਸੀ ਨਾ 2019 ਦੇ ਵਿੱਚ, ਉਸ ਤੋਂ ਪਹਿਲਾਂ ਦੀਆਂ ਚਰਚਾਵਾਂ ਕੀ ਸੀ? ਬੀਜੇਪੀ ਵਿਰੋਧੀਆਂ ਨੇ ਕੋਈ ਕਸਰ ਬਾਕੀ ਨਹੀਂ ਛੱਡਣੀ ਅਫਵਾਹਾਂ ਫੈਲਾਉਣ ਸੰਬੰਧੀ। ਹੁਣ ਅਫਵਾਹ ਆ ਗਈ ਵੀ ਕਾਂਗਰਸ। ਇੱਕ ਗੱਲ ਤੁਸੀਂ ਮੇਰਾ ਖਿਆਲ ਮੇਰੇ ਨਾਲੋਂ ਵੱਧ ਤਸਦੀਕ ਕਰੋਗੇ ਵੀ ਕਾਂਗਰਸ ਦੇ ਨਾਲ ਕੀ ਰਿਲੇਸ਼ਨ ਹੋ ਸਕਦਾ। ਤੁਸੀਂ ਇਹ ਕਹਿ ਲਓ ਵੀ ਇਹ 3 ਬਿੱਲ ਕੈਪਟਨ ਅਮਰਿੰਦਰ ਸਿੰਘ ਖੇਤੀ ਸੁਧਾਰ ਬਿੱਲਾਂ ਨੂੰ ਖੁੰਡਿਆਂ ਕਰਨ ਵਾਸਤੇ, ਕੇਂਦਰੀ ਕਾਨੂੰਨ ਨੂੰ ਖੁੰਡੇ ਕਰਨ ਵਾਸਤੇ ਲੈ ਕੇ ਆਏ। ਜਿਹੜੀ ਸਟੇਟ ਲਈ ਚੰਗੀ ਚੀਜ਼ ਕੋਈ ਸਰਕਾਰ ਕਰੂ, ਮੈਂ ਵਿਰੋਧ ਦੇ ਵਿੱਚ ਉਹਦਾ ਵਿਰੋਧ ਕਰਾਂ, ਗਲਤ ਹੈਗੀ ਹੈ। ਜੇ ਮੈਂ ਉਹਦਾ ਸਮਰਥਨ ਕੀਤਾ, ਦਿੱਲੀ ਨਾਲ ਗਏ, ਤੇ ਇਸ ਗੱਲ ਨੂੰ ਲੈ ਕੇ ਲੋਕ ਚਰਚਾਵਾਂ ਦੇ, ਅਫਵਾਹਾਂ ਦੇ ਬਾਜ਼ਾਰ ਗਰਮ ਕਰ ਲੈਣ, ਇਹ ਲੋਕਾਂ ਦੀ ਸੋਚ ਆ। ਆਈਡੀਓਲੋਜੀ ਦੇ ਅਨੁਸਾਰ ਸਾਡੀ ਆਈਡੀਓਲੋਜੀ ਕੀ ਹੈਗੀ ਆ, ਗੱਠਜੋੜ ਹੋਏਗਾ, ਲੇਕਿਨ ਆਈਡੀਓਲੋਜੀ ਦੇ ਉੱਤੇ ਆਧਾਰਿਤ, ਪੰਜਾਬ ਲਈ ਜੂਝਣ ਵਾਲੇ ਲੋਕਾਂ ਦੇ ਨਾਲ, ਜਿਨ੍ਹਾਂ ਵਾਸਤੇ ਰਾਜਨੀਤੀ ਧੰਦਾ ਨਹੀਂ, ਜਿਨ੍ਹਾਂ ਵਾਸਤੇ ਰਾਜਨੀਤੀ ਇੱਕ ਦੇਸ਼ ਭਗਤੀ ਦਾ ਜਨੂਨ, ਲੋਕਾਂ ਦੀ ਸੇਵਾ ਦਾ ਤੇ ਕਰਪਸ਼ਨ ਦੇ ਖਿਲਾਫ ਸੰਘਰਸ਼ ਦਾ ਨਾਮ ਰਾਜਨੀਤੀ, ਉਹਨਾਂ ਦੇ ਨਾਲ ਜ਼ਰੂਰ ਜਿਹੜਾ ਤਾਲਮੇਲ ਕਰਾਂਗੇ। ਬੈਂਸ ਸਾਹਿਬ, ਤੁਸੀਂ ਆਪੋਜੀਸ਼ਨ ਦੇ ਵਿੱਚ ਰਹੇ ਹੋ ਤੇ ਹੈ ਵੀ ਬੜਾ, ਚਾਹੇ ਵਿਧਾਨ ਸਭਾ ਵਿੱਚ ਤੇ ਬਾਹਰ ਹੋਵੇ, ਤੁਸੀਂ ਕੋਈ ਮੌਕਾ ਨਹੀਂ ਛੱਡਦੇ, ਤੁਹਾਨੂੰ ਫਾਇਰ ਬ੍ਰਾਂਡ ਐਮਐਲਏ ਵੀ ਕਹਿੰਦੇ ਨੇ। ਤੇ ਜਦੋਂ ਤੁਹਾਡੇ ਖਿਲਾਫ ਕੋਈ ਪੁਲਿਸ ਕੋਲ ਸ਼ਿਕਾਇਤ ਜਾਂਦੀ ਹੈ ਤੇ ਪੁਲਿਸ ਹੁਣ ਸੌਫਟ ਸਾਈਡ ਅਪਣਾਉਂਦੀ ਹੈ ਤੁਹਾਡੇ ਤੇ ਕੋਈ, ਤੇ ਵਿਰੋਧੀਆਂ ਨੂੰ ਤਾਂ ਜ਼ਰੂਰ ਮੌਕਾ ਹੀ ਮਿਲੂਗਾ ਨਾ ਇਹ ਗੱਲ ਕਹਿਣ ਦਾ ਵੀ ਬੈਂਸ ਕਾਂਗਰਸ 'ਚ ਜਾ ਰਿਹਾ। ਸਹੀ, ਦੇਖੋ ਗੱਲ ਸੁਣੋ, ਮੇਰੇ ਉੱਤੇ ਕਿੰਨੇ ਐਫਆਈਆਰ ਦਰਜ ਹੋਏ ਰਾਜਨੀਤਿਕ ਤੌਰ ਤੇ, ਪਹਿਲੇ ਹੁੰਦੇ ਰਹੇ ਨੇ ਨਾ। ਦੱਸਣ ਲੱਗਿਆ, ਕਮ ਟੂ ਦਾ ਪੁਆਇੰਟ, ਮੈਂ ਉਹੀ ਦੱਸਣ ਲੱਗਿਆ। ਤੁਸੀਂ ਇਸ ਕਦਰ ਕਿਸੇ ਦੇ ਮਗਰ ਪੈ ਜਾਓ, ਵੋਟਾਂ ਦੇ ਨਕਾਰੇ ਹੋਏ ਲੀਡਰ ਮਗਰ ਪੈ ਜਾਣ, ਮੈਂ ਕਿਸੇ ਦਾ ਨਾਮ ਨਹੀਂ ਲੈਣਾ, ਉਹ ਲੋਕ ਜਿਹੜਾ ਪਹਿਲਾਂ ਪਰਦੇ ਦੇ ਪਿੱਛੇ ਸੀ ਹੁਣ ਪਰਦੇ ਦੇ ਸਾਹਮਣੇ ਆ ਗਏ, ਪਿੱਛੇ ਖੜ ਕੇ ਗੱਲ ਨਹੀਂ ਬਣੀ ਉਹਨਾਂ ਕੋਲੋਂ, ਬੜਾ ਜ਼ੋਰ ਲਾ ਲਿਆ। ਹਾਈ ਕੋਰਟ, ਦੋਸਤ ਮਾਨਯੋਗ ਜੱਜ, ਹਾਈ ਕੋਰਟ ਮੇਰੀ ਨਹੀਂ, ਹਾਈ ਕੋਰਟ ਦੇ ਉੱਤੋਂ ਕੋਈ ਲੀਡਰ, ਕੋਈ ਸਰਕਾਰ, ਕੋਈ ਅਹੁਦਾ ਨਹੀਂ ਕਿਸੇ ਅਦਾਲਤ ਦੇ ਵਿੱਚੋਂ। ਜੇ ਉਸ ਅਦਾਲਤ ਨੇ ਨਕਾਰਿਆ ਤੇ ਫਿਰ ਮੈਂ ਕਹਿੰਦਾ ਇਸ ਗੱਲ ਦਾ ਤਾਂ ਹੁਣ ਜਿਹੜੇ ਵਿਰੋਧੀ ਆ ਉਹਨਾਂ ਨੂੰ ਸ਼ਰਮ ਕਰਨੀ ਚਾਹੀਦੀ ਹੈ। ਹਾਈ ਕੋਰਟ ਤੋਂ ਯਕੀਨ ਉੱਠ ਗਿਆ ਉਹਨਾਂ ਲੋਕਾਂ ਦਾ ਜਿਹੜੇ ਪਰਦੇ ਦੇ ਪਿੱਛੇ ਖੜ ਕੇ ਪਹਿਲਾਂ ਰੋਲ ਅਦਾ ਕਰਦੇ ਸੀ, ਹੁਣ ਉਹ ਪਰਦੇ ਦੇ ਅੱਗੇ, ਕਿਉਂਕਿ ਉਹ ਹਾਸ਼ੀਏ ਤੇ ਹੈਗੇ ਆ, ਰਾਜਨੀਤੀ ਦੇ ਹਾਸ਼ੀਏ ਤੇ ਖੜੇ ਲੋਕ ਇਹ ਸੋਚਦੇ ਆ ਵੀ ਪਤਾ ਨਹੀਂ ਅਸੀਂ ਇਸ ਤਰੀਕੇ ਦੇ ਨਾਲ ਕੋਈ ਨਾ ਕੋਈ ਪ੍ਰਾਪਤੀ ਲੋਕਾਂ ਦੇ ਵਿੱਚ ਕਰ ਲਵਾਂਗੇ। ਸਿਮਰਜੀਤ ਬੈਂਸ ਦੇ ਕਰੈਕਟਰ ਨੂੰ ਪੂਰੀ ਦੁਨੀਆ 'ਚ ਵਸਦੇ ਪੰਜਾਬੀ ਜਾਣਦੇ ਆ। ਮੈਨੂੰ ਕਿਹੜੇ ਸਲੋਗਨ ਨਹੀਂ ਦਿੱਤੇ, ਬਿਜਲੀ ਚੋਰ, ਚਿੱਟਾ ਵੇਚਣ ਵਾਲਾ, ਜ਼ਮੀਨਾਂ ਜਾਇਦਾਦਾਂ ਦੇ ਕਬਜ਼ੇ ਕਰਨ ਵਾਲਾ, ਰੇਪਿਸਟ, ਕਿਹੜੀ ਗੱਲ ਕਰਾਂ ਜਿਹੜੀ ਨਹੀਂ ਇਹਨਾਂ ਨੇ ਕੀਤੀ। ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ-ਜਿਉਂ ਮੰਨੂ ਵੜਦਾ ਅਸੀਂ ਦੂਣ ਸਵਾਏ ਹੋਏ। ਹਰ ਵਾਰ ਜਿੰਨੀਆਂ ਮੁਸੀਬਤਾਂ ਮੇਰੇ ਗਲ ਪਾਉਣ ਦਾ ਯਤਨ ਕੀਤਾ, ਲੋਕਾਂ ਨੇ ਮਰੇ ਸੱਪ ਚੱਕ ਕੇ ਨਾ ਨਕਾਰੇ ਲੀਡਰਾਂ ਦੇ ਗਲ ਪਾਏ ਆ। ਇਹ ਵੀ ਸਾਰਾ ਜਿਹੜਾ ਐਪੀਸੋਡ ਇਹਨਾਂ ਨੇ ਬੁਣਿਆ ਹੋਇਆ, ਇਹਦੀ ਸਜਾਈ ਵੀ ਥੋੜਾ ਟਾਈਮ ਰੁਕ ਜਾਓ, ਸਾਰੀ ਸਾਹਮਣੇ ਆ ਜਾਣੀ ਹੈ। ਚਲੋ, ਤੁਸੀਂ ਹੁਣ ਆਪ ਹੀ ਗੱਲ ਕਲੀਅਰ ਹੀ ਕਰਤੀ ਵੀ ਸ਼ਾਮਲ ਨਹੀਂ ਹੋਵੋਗੇ, ਗੱਠਜੋੜ ਹੋਵੋਗੇ, ਠੀਕ ਹੈ ਜੀ। ਤੇ ਉਹ ਹੁਣ ਦੱਸ ਵੀ ਦਿਓ ਥੋੜਾ ਜਿਹਾ ਆਪਣਾ ਕੀ ਕੋਈ ਗੱਲਬਾਤ, ਚਲੋ ਮੰਨ ਲਿਆ ਹਜੇ ਬਹੁਤ ਟਾਈਮ ਪਿਆ, ਕੋਈ ਗੱਲਬਾਤ ਚੱਲੀ ਕਿਸੇ ਪਾਰਟੀ ਨਾਲ? ਦੱਸਦਾ, ਹਰ ਪਾਰਟੀ ਚਾਹੁੰਦੀ ਆ ਵਾਈਡਨਿੰਗ, ਵੀ ਉਸ ਪਾਰਟੀ, ਜਿਹੜੀ ਪਾਰਟੀ ਦੇ ਵਿੱਚ ਕੋਈ ਬੰਦਾ ਕੰਮ ਕਰਦਾ, ਕਿਸੇ ਅਹੁਦੇ ਤੇ ਕੰਮ ਕਰਦਾ, ਉਹਨਾਂ ਦੀ ਸੋਚ ਹੁੰਦੀ ਆ ਵੀ ਸਾਡੀ ਪਾਰਟੀ ਦਾ ਫਲਾਹ ਹੋਵੇ। ਅੱਧਿਆਂ ਨਾਲੋਂ ਵੱਧ ਲੋਕ ਉਹ ਹੈਗੇ ਆ ਰਾਜਨੀਤੀ ਦੇ ਅੰਦਰ ਜਿਹੜੇ ਕਹਿੰਦੇ ਆ ਵੀ ਸਾਡੀ ਪਾਰਟੀ ਤਾਕਤ ਦੇ ਵਿੱਚ ਆਵੇ, ਲੈ ਲਾ ਤੂੰ ਸਰਪੰਚੀ ਵੇ, ਸਰਕਾਰੀ ਪੈਸਾ ਖਾਵਾਂਗੇ, ਤਾਕਤ 'ਚ ਆ ਜਾਈਏ ਤੇ ਅਸੀਂ ਸੋਰਸਸ ਦੀ ਲੁੱਟ ਕਰੀਏ, ਅਸੀਂ ਕਰਪਟ ਸਿਸਟਮ ਦੇ ਅੰਦਰ ਨੈਕਸਸ ਦਾ ਪਾਰਟ ਬਣ ਜਾਈਏ, ਅਸੀਂ 5 ਸਾਲ ਦੱਬ ਕੇ ਆਪਣੇ ਘਰ ਤੇ ਕੋਠੇ ਭਰੀਏ। ਸਾਡਾ ਪੈਰਾਮੀਟਰ, ਮੈਨੂੰ 18 ਸਾਲ ਹੋ ਗਏ ਰਾਜਨੀਤੀ ਦੇ ਅੰਦਰ, ਗੁਰੂ ਦੀ ਕਿਰਪਾ, ਆਸ਼ੀਰਵਾਦ, ਲੋਕਾਂ ਦੀਆਂ ਦੁਆਵਾਂ ਤੇ ਮਾਰਗਦਰਸ਼ਨ, ਅਸੀਂ ਸੱਚਾਈ ਦੇ ਰਸਤੇ ਤੇ ਚੱਲੇ ਆ। ਕਰਪਸ਼ਨ ਦੇ ਖਿਲਾਫ ਹਰ ਮੁਹਾਜ ਦੇ ਉੱਤੇ, ਮਾਫੀਆ ਦੇ ਖਿਲਾਫ ਹਰ ਮੁਹਾਜ ਦੇ ਉੱਤੇ ਪਹਿਰੇਦਾਰੀ ਕੀਤੀ ਹੈ। ਕੌਣ ਨਹੀਂ ਚਾਹੁੰਦਾ ਕਿ ਪਾਰਟੀ ਦਾ ਫਲਾਹ ਹੋਵੇ, ਪਾਰਟੀ ਤਾਕਤ 'ਚ ਆਵੇ। ਪਾਰਟੀ ਤਾਕਤ 'ਚ ਆਏਗੀ ਤੇ ਲੋਕਾਂ ਦੀ ਭਲਾਈ ਵਾਸਤੇ, ਬੈਟਰਮੈਂਟ ਆਫ ਦਾ ਸਟੇਟ, ਸੂਬੇ ਦੀ ਭਲਾਈ ਵਾਸਤੇ, ਨਾ ਕਿ ਆਪਣੇ ਘਰ ਕੋਠੇ ਭਰਨ ਵਾਸਤੇ। ਸੋ ਇਹਦੇ ਵਾਸਤੇ ਬੜੇ ਜਿਗ-ਜੈਗ, ਬੜੇ ਯੂ ਟਰਨਸ, ਸਾਰਾ ਕੁਝ ਜਿਹੜਾ ਉਹ ਸੰਭਵ ਹੋ ਜਾਂਦਾ ਰਾਜਨੀਤੀ ਦੇ ਅੰਦਰ, ਪਰ ਆਈਡੀਓਲੋਜੀ ਨਹੀਂ ਛੱਡਾਂਗੇ ਅਸੀਂ।
ਮੈਂ ਉਹੀ ਤੁਹਾਨੂੰ ਪੁੱਛ ਰਿਹਾ, ਮੈਨੂੰ ਪਤਾ ਤੁਸੀਂ ਜਵਾਬ ਨਹੀਂ ਦੇਣਾ ਵੀ ਕਿਹੜੀ ਪਾਰਟੀ ਦਾ, ਪਰ ਲਿਖਿਆ ਗੱਲ ਹੋਈ ਹੋਵੇ ਤਾਂ ਮੈਂ ਤੁਹਾਨੂੰ ਜਵਾਬ ਕੋਈ ਮੀਟਿੰਗਾਂ ਦਾ ਦੌਰ ਨਹੀਂ ਹੋਈ ਦੋਸਤ, ਕੋਈ ਗੱਲ ਹਜੇ ਤਾਂ ਸਾਰਾ ਫੋਕਸ ਜਿਹੜਾ ਉਹ ਫਾਰਮਰ ਐਜੀਟੇਸ਼ਨ ਦੇ ਉੱਤੇ ਆ, ਸਾਰੇ ਦਾ ਸਾਰਾ ਧਿਆਨ ਆ। ਮੈਂ ਜਿੰਨੇ ਇੱਥੇ 2-3 ਘੰਟੇ ਸਵੇਰੇ 4 ਲਾ ਕੇ ਜਾਣਾ, ਪਰ ਧਿਆਨ ਮਨ ਉੱਥੇ ਹੁੰਦਾ ਹਫਤੇ ਦੇ ਵਿੱਚ 2-3 ਦਿਨ ਉੱਥੇ, ਕਿਉਂਕਿ ਉਹ ਸਾਡੀ ਹੋਂਦ ਦੀ ਲੜਾਈ ਆ, ਉਹ ਸਾਡੀ ਪੰਜਾਬ ਦੀ ਹੋਂਦ, ਫਾਰਮਰ ਐਂਡ ਸਾਡਾ ਮਜ਼ਦੂਰ, ਅੰਨਦਾਤਾ ਤੇ ਅੰਨ ਖਾਣ ਵਾਲੇ ਲੋਕ, ਨਿਆਂਪਸੰਦ ਲੋਕਾਂ ਦਾ ਅੰਦੋਲਨ। ਸੋ ਅੱਜ ਸਾਰੇ ਦਾ ਸਾਰਾ ਫੋਕਸ ਉਸੇ ਉੱਤੇ ਆ। ਹਜੇ ਸਮਾਂ ਤਕਰੀਬਨ ਸਾਲ ਖੰਡ ਪਿਆ, ਕੋਈ ਨਹੀਂ, ਸਮਾਂ ਨੇੜੇ ਆ ਲੈਣ ਦਿਓ, ਸਾਰਾ ਖੁਲਾਸਾ ਤੁਹਾਡੇ ਸਾਹਮਣੇ ਹੋ ਜਾਣਾ। ਤੁਸੀਂ ਗੱਲ ਕੀਤੀ ਹੈ ਕਿਸਾਨ ਅੰਦੋਲਨ ਦੀ, ਪਿੱਛੇ ਜੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਇੱਕ ਬਿਆਨ ਦੇ ਦਿੱਤਾ ਵੀ ਜੇ ਨਹੀਂ ਸਰਕਾਰ ਰੱਦ ਕਰਦੀ ਤਾਂ 2 ਸਾਲ ਲਈ ਅੱਗੇ ਪਾ ਦੇਣ। ਉਹਨਾਂ ਨੇ ਬਾਅਦ ਚ ਉਹਨਾਂ ਨੇ ਕਿਹਾ ਵੀ ਮੇਰਾ ਉਹ ਬਿਆਨ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਸੀ। ਦੇਖੋ ਗੱਲ ਜਿਹੜੀ ਨਾ ਗੱਲ ਮੈਂ ਫੇਰ ਕਹੂੰਗਾ, ਜੇ ਅਸੀਂ ਆਪੋਜੀਸ਼ਨ ਦੇ ਵਿੱਚ ਆ, ਆਪੋਜੀਸ਼ਨ ਵਾਸਤੇ ਅਸੀਂ ਵਿਰੋਧ ਕਰਕੇ ਵਿਰੋਧ ਕਰੀ ਚੱਲੀਏ, ਗਲਤ ਹੈਗਾ। ਸਮਥਿੰਗ ਇਜ਼ ਬੈਟਰ ਦੈਨ ਨਥਿੰਗ। ਜੇ ਕੈਪਟਨ ਅਮਰਿੰਦਰ ਸਿੰਘ 3 ਬਿੱਲ ਲੈ ਕੇ ਆਏ ਵਿਧਾਨ ਸਭਾ ਦੇ ਅੰਦਰ ਕੇਂਦਰ ਦੇ ਕਾਨੂੰਨ ਨੂੰ ਖੁੰਡਿਆ ਕਰਨ ਵਾਸਤੇ, ਉਹ ਲੋਕ ਜਿਹੜੇ ਵਿਧਾਨ ਸਭਾ ਦੇ ਵਿੱਚ ਕਸੀਦੇ ਪੜ੍ਹਦੇ ਸੀ ਕੈਪਟਨ ਅਮਰਿੰਦਰ ਸਿੰਘ ਦੇ, ਚਾਹੇ ਉਹ ਆਮ ਆਦਮੀ ਪਾਰਟੀ ਦਾ ਚਾਹੇ ਬਾਦਲ ਦਾ ਲਿਆ, ਉਹ ਦੂਜੇ ਦਿਨ ਗਿਰਗਿਟਾਂ ਨੂੰ ਯੂ ਟਰਨ ਮਾਰ ਕੇ ਰੰਗ ਬਦਲੀ ਕਰਕੇ, ਅਸੀਂ ਉਹਨਾਂ ਚੋਂ ਨਹੀਂ ਹੈਗੇ। ਦੇਖੋ ਇਸ ਮਸਲੇ ਦਾ ਕੋਈ ਨਾ ਕੋਈ ਹੱਲ ਹਰ ਪੰਜਾਬ ਦਾ ਵਸ਼ਰ ਚਾਹੁੰਦਾ। ਨਹੀਂ, ਪਰ ਅਗਰ ਸਰਕਾਰ ਅੜ ਗਈ, ਨਰਿੰਦਰ ਮੋਦੀ ਕਹਿੰਦੇ ਮੈਂ ਨਹੀਂ ਰੱਦ ਕਰਦਾ, ਤੇ ਉਹ ਹੋਰ ਹੱਲ ਤੁਸੀਂ ਸਲਾਹ ਹੀ ਦੇ ਦਿਓ। ਤੁਸੀਂ ਬਿਊਰੋਕ੍ਰੇਟਿਕ ਦਬਕੇ ਮਾਰ ਰਿਹਾ ਮੋਦੀ ਸਾਹਿਬ। ਬੀਜੇਪੀ ਦਾ ਸੈਸ਼ਨ ਕਾਲ ਕਰਨਾ, ਬੀਜੇਪੀ ਪਾਰਟੀ ਦਾ, ਉਹਦੇ 'ਚ ਮਤਾ ਪਾਸ ਕਰਨਾ ਵੀ ਖੇਤੀਬਾੜੀ ਕਾਨੂੰਨ ਜਿਹੜੇ ਉਹ ਬਿਲਕੁਲ ਲਾਗੂ, ਇਹ ਕੀ ਹੈ? ਬਿਊਰੋਕ੍ਰੇਟਿਕ ਦਬਕਾ ਹੈਗਾ ਕਿਸਾਨ ਨੂੰ ਡਿਮੋਰਲਾਈਜ਼ ਕਰਨ ਵਾਸਤੇ, ਅੰਦੋਲਨਕਾਰੀ ਸੰਗਤ ਨੂੰ, ਲੋਕਾਂ ਨੂੰ ਦੱਸਣ ਲਈ ਵੀ ਅਸੀਂ ਨਹੀਂ। ਨਰਿੰਦਰ ਮੋਦੀ ਜਿਹੜਾ ਕਹਿੰਦਾ ਸੀ ਵੀ ਮੈਂ ਇੱਕ ਸ਼ਬਦ ਦੀ ਸੋਧ ਨਹੀਂ ਕਰੂੰਗਾ, ਫਿਰ ਇੱਕ ਫੋਨ ਕਾਲ ਦੀ ਦੂਰੀ ਤੇ ਆਏ, ਫਿਰ 1.5 ਸਾਲ ਦੀ ਉਹਦੀ ਸਸਪੈਂਸ਼ਨ ਤੇ ਆ ਗਏ ਵੀ 1.5 ਸਾਲ ਇਹਨੂੰ ਸਥਗਿਤ ਕਰ ਦਿੰਨੇ ਆ। ਦੋਸਤ, ਸਾਡਾ ਇਤਿਹਾਸ ਐਸਾ, ਪੰਜਾਬ ਦੇ ਲੋਕ, ਦੇਸ਼ ਦੇ ਲੋਕ ਐਡੇ ਮਹਾਨ ਹੈਗੇ ਆ। ਗੋਰਿਆਂ ਨੂੰ ਗੋਡੀਆਂ ਲਵਾਤੀਆਂ ਸੀਗੀਆਂ ਜਦੋਂ ਪਗੜੀ ਸੰਭਾਲ ਹੋਏ ਜੱਟਾ, ਉਹੀ ਦਿਨ ਹੈਗੇ ਆ ਨਾ। ਸੋ ਇਸ ਕਰਕੇ ਮੋਦੀ ਸਰਕਾਰ ਡੈਮੋਕ੍ਰੇਟਿਕ ਰਸਤੇ ਤੇ ਚੁਣ ਕੇ ਆਈ ਹੋਈ ਸਰਕਾਰ ਅੱਜ ਆਪਣੇ ਆਪ ਨੂੰ ਤਾਨਾਸ਼ਾਹ ਸਮਝ ਲਵੇ। ਅੰਦੋਲਨ ਜਿੱਤਿਆ ਜਾਣਾ ਅੱਜ ਵੇਲਾ ਨਹੀਂ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਜਾਂ ਕੈਪਟਨ ਅਮਰਿੰਦਰ ਸਿੰਘ ਦੂਜੀਆਂ ਧਿਰਾਂ ਦੇ ਖਿਲਾਫ, ਲੱਖਾ ਸਦਾਣਾ ਤੇ ਦੀਪ ਸਿੱਧੂ ਅਤੇ ਉਹਨਾਂ ਦੇ ਸਮਰਥਕ ਕਿਸਾਨ ਲੀਡਰਾਂ ਦੇ ਖਿਲਾਫ, ਕਿਸਾਨ ਲੀਡਰ ਉਹਨਾਂ ਦੇ ਖਿਲਾਫ। ਮੇਰੀ ਸਾਰਿਆਂ ਨੂੰ ਸਿਨਮਰ ਬੇਨਤੀ ਹੈ ਕਿ ਇੱਕ ਦੂਜੇ ਦੀ ਬਰਖਲਾਫਤ ਛੱਡ ਕੇ, ਮੱਛੀ ਸਾਡਾ ਨਿਸ਼ਾਨਾ ਨਹੀਂ, ਮੱਛੀ ਦੀ ਅੱਖ ਨਿਸ਼ਾਨਾ ਸਾਡਾ ਟਾਰਗੇਟ ਕਿ ਅਸੀਂ ਇਹ ਕਾਲੇ ਕਾਨੂੰਨ ਰੱਦ ਕਿੱਦਾਂ ਕਰਾਉਣੇ ਆ। ਫਿਰ ਤਾਂ ਅਸੀਂ ਆਪਸ ਦੇ ਵਿੱਚ ਜੇ ਬਿਆਨਬਾਜ਼ੀ 'ਚ ਅਲਝ ਗਏ, ਕੇਂਦਰ ਤਾਂ ਚਾਹੁੰਦਾ ਹੀ ਇਹ ਹੈ। ਸੋ ਮੇਰੀ ਅਪੀਲ ਆਲ ਪਾਰਟੀ ਮੀਟ, ਮੇਰੀ ਪਹਿਲ ਕਦਮੀ ਦੇ ਉੱਤੇ ਜਾਖੜ ਸਾਹਿਬ ਨੇ ਮੁੱਖ ਮੰਤਰੀ ਤੋਂ ਆਗਿਆ ਲੈ ਕੇ ਸੱਦੀ, ਉਹਦੇ 'ਚ ਵੀ ਮੈਂ ਇਹੀ ਸੁਝਾਅ ਦਿੱਤਾ ਵੀ ਕੈਪਟਨ ਸਾਹਿਬ ਤੁਸੀਂ ਸਾਨੂੰ ਲੈ ਚਲੋ ਰਾਸ਼ਟਰਪਤੀ ਕੋਲੇ, ਤੁਸੀਂ ਲੈ ਲਓ ਟਾਈਮ ਪ੍ਰਧਾਨ ਮੰਤਰੀ ਸਾਹਿਬ ਕੋਲੋਂ। ਤੁਹਾਡੇ ਕਹੇ ਤੇ ਕਾਲੇ ਕਾਨੂੰਨ ਰੱਦ ਨਹੀਂ ਹੋਣੇ। ਜੇ ਕਾਲੇ ਕਾਨੂੰਨ ਰੱਦ ਹੋਣੇ ਆ ਸਿਰਫ ਤੇ ਸਿਰਫ ਅੰਦੋਲਨ ਕਰਕੇ, ਫਿਰ ਅੰਦੋਲਨ ਨੂੰ ਤਾਕਤਵਰ ਕਰਨ ਲਈ ਸਕੀਮਾਂ ਲਾਓ ਵੀ ਉਹਨੂੰ ਅਸੀਂ ਤਾਕਤਵਰ ਕਿੱਦਾਂ ਕਰਨਾ। ਪੰਜਾਬ ਦੇ ਚੁਣੇ 115 ਬੀਜੇਪੀ ਦੇ 2 ਨੂੰ ਛੱਡ ਕੇ ਤੇ ਸਾਰੇ ਪਾਰਲੀਮੈਂਟ ਮੈਂਬਰ ਜਾ ਕੇ ਕਿਸਾਨਾਂ ਦੀ ਸੁਰੱਖਿਆ ਦੀਵਾਰ ਕਿਉਂ ਨਹੀਂ ਬਣਦੇ ਤੁਸੀਂ? ਅਸੀਂ ਲੋਕਾਂ ਦੇ ਚੁਣੇ ਨੁਮਾਇੰਦੇ ਆ, ਮੁੱਦੇ ਚੁੱਕਣਾ ਤੇ ਉਹਨਾਂ ਦੀ ਪਹਿਰੇਦਾਰੀ, ਧਰਨੇ ਲਾਉਣਾ ਸਾਡਾ ਜ਼ੁਮਾ ਦੇਤਾ ਲੋਕਾਂ ਨੇ। ਅਸੀਂ ਅੱਜ ਘਰਾਂ 'ਚ ਬੈਠੇ ਆ। ਚਲੋ ਉਸ ਅੰਦੋਲਨ ਤੋਂ ਅੱਗੇ ਕੋਈ ਨਾ ਕੋਈ ਇੱਕ ਪ੍ਰੋਟੈਕਸ਼ਨ ਬਾਲ ਖੜੀ ਕਰ ਦਈਏ ਵੀ ਜੇ ਤੁਸੀਂ ਕੋਈ ਜ਼ਬਰ ਜ਼ੁਲਮ ਢਾਉਣਾ ਪਹਿਲਾਂ ਸਾਡੇ ਮਾਰੋ ਡਾਂਗਾ, ਫਿਰ ਕਿਸਾਨਾਂ ਕੋਲੇ ਜਾਣ ਦੇਵਾਂਗੇ। ਮੰਨੀ ਨਹੀਂ ਮੇਰੀ ਗੱਲ, ਸਹਿਮਤ ਸਾਰੇ ਹੀ ਹੈਗੇ ਆ ਵੀ ਇਹ ਰਾਸ਼ਟਰਪਤੀ ਦੇ ਪ੍ਰਧਾਨ ਮੰਤਰੀ ਨੂੰ ਮਿਲਿਆ ਕਾਨੂੰਨ ਰੱਦ ਨਹੀਂ ਹੋਣੇ, ਰੱਦ ਹੋਣੇ ਅੰਦੋਲਨ ਨੂੰ ਤਾਕਤਵਰ ਕਰਨ ਕਰਕੇ। ਸੋ ਸਮਾਂ ਲੱਗਦਾ, ਮੇਰਾ ਖਿਆਲ ਹੈ ਕਦੀ ਕੋਈ ਆਲ ਪਾਰਟੀ ਮੀਟ ਹੋਰ ਆਊਗੀ ਤੇ ਕਰਨਾ ਪੈਣਾ ਸਾਨੂੰ ਕਾਲੇ ਕਾਨੂੰਨ ਖਤਮ ਕਰਾਉਣ ਵਾਸਤੇ। ਚਲੋ ਇੱਕ ਲਾਸਟ ਛੋਟੀ ਜੀ ਗੱਲ ਹੈ, ਤੁਸੀਂ ਆਪਣਾ ਜਿਹੜਾ ਰਾਜਨੀਤਿਕ ਕਰੀਅਰ ਹੈ ਕਾਰਪੋਰੇਸ਼ਨ ਤੋਂ ਸ਼ੁਰੂ ਕੀਤਾ ਸੀ, ਅੱਜ 3 ਸਾਲ ਹੋ ਗਏ ਨਗਰ ਨਿਗਮ ਦੇ ਵਿੱਚ ਕਾਂਗਰਸ ਨੂੰ ਬਣੀ, ਕਿਵੇਂ ਦੇਖਦੇ ਹੋ? ਲੁਧਿਆਣਾ ਸਮਾਰਟ ਬਣਿਆ ਕਿ ਨਹੀਂ? ਨਹੀਂ ਯਾਰ, ਅਫਸੋਸ ਹੈ ਇਸ ਗੱਲ ਦਾ, ਦੁੱਖ ਤੇ ਅਫਸੋਸ ਹੈ ਮੈਨੂੰ ਇਹ ਗੱਲ ਕਹਿਣ ਦੇ ਵਿੱਚ ਕੋਈ ਹਿਚਕਿਚਾਹਟ ਨਹੀਂ ਕਿ ਮੇਰਾ ਸ਼ਹਿਰ, ਮੈਂ 2 ਟਰਮ ਐਜ਼ ਏ ਕਾਉਂਸਲਰ ਨਗਰ ਨਿਗਮ ਲੁਧਿਆਣਾ ਤੇ ਦੂਸਰੀ ਟਰਮ ਮੇਰੀ MLA ਦੀ ਹੈਗੀ ਹੈ। ਅਫਸੋਸ ਹੈ ਕਿ ਸਾਡਾ ਆਰਥਿਕ ਰਾਜਧਾਨੀ, ਸਾਡੀ ਜਿਹੜੀ ਲੁਧਿਆਣਾ ਸ਼ਹਿਰ ਹੈਗਾ, ਸਭ ਤੋਂ ਵੱਧ ਰੈਵਨਿਊ ਦੇਣ ਵਾਲਾ, ਤੇ ਅੱਜ ਸਾਡੇ ਲੁਧਿਆਣੇ ਦੇ ਹਾਲਾਤ ਕੀ ਹੈਗੇ ਆ। ਅਫਸੋਸ ਹੈ ਇਸ ਗੱਲ ਦਾ ਕਿ
ਲੁਧਿਆਣਾ ਸ਼ਹਿਰ ਜਿਹੜੀ ਡਿਵੈਲਪਮੈਂਟ ਅਚੀਵ ਕਰਨੀ ਚਾਹੀਦੀ ਸੀ ਉਹ ਨਹੀਂ ਹੋ ਸਕੀ। ਪਹਿਲੇ 10 ਸਾਲ ਤਾਂ ਅਕਾਲੀ ਦਲ ਰਹੀ ਹੈ, ਉਦੋਂ ਤਾਂ ਰੌਲਾ ਰਹਿੰਦਾ ਸੀਗਾ ਵੀ ਕਾਂਗਰਸ ਆ ਗਈ, ਵੀ ਫੰਡ ਹੈ ਨਹੀਂ ਸੀਗੇ, ਅਕਾਲੀ ਦਲ ਪੈਸੇ ਖਾ ਕੇ ਹੁਣ ਤਾਂ 3 ਸਾਲ ਹੋ ਗਏ। ਲੋਕਾਂ ਦਾ ਧਿਆਨ ਅਟੈਂਸ਼ਨ ਡਾਈਵਰਟ ਕਰਨ ਲਈ ਰਾਜਨੀਤਿਕ ਪਾਰਟੀਆਂ ਇੱਕ ਦੂਸਰੇ ਦੇ ਸਿਰ ਮੜੀ ਜਾਣ ਵੀ ਸਾਡੇ ਕੋਲੇ ਫੰਡਸ ਹੈ ਨਹੀਂ, ਫੰਡਾਂ ਦੀ ਕਮੀਆਂ, ਫਲਾਣੇ ਖਾ ਗਏ। ਇਹ ਲੋਕਾਂ ਦਾ ਧਿਆਨ ਡਾਈਵਰਟ ਕਰਕੇ ਵੀ ਅਸੀਂ ਤਾਂ ਪਾਕ ਸਾਫ ਹਾਂ, ਸਾਡੇ ਤੋਂ ਪਹਿਲੇ ਸਾਰਾ ਖਜ਼ਾਨਾ ਚੱਟ ਗਏ ਸੀ। ਦੇਖੋ ਬੈਂਸ ਸਾਹਿਬ, ਜ਼ਿੰਮੇਵਾਰੀ ਵੀ ਕਿਵੇਂ ਹੋਊਗੀ? ਆਪੋਜੀਸ਼ਨ ਦੇ ਵਿੱਚ ਚਲੋ ਅਕਾਲੀ ਦਲ ਵੀ ਹੈ, ਬੀਜੇਪੀ ਵੀ ਹੈ, ਤੁਹਾਡੇ ਵੀ ਕਾਉਂਸਲਰ ਹੈਗੇ ਨੇ, ਪਰ ਲੇਕਿਨ ਉਹ ਆਪੋਜੀਸ਼ਨ ਵਾਲੀ ਤੁਹਾਨੂੰ ਲੱਗਦਾ ਵੀ ਸਹੀ ਭੂਮਿਕਾ ਨਿਭਾ ਰਹੀਆਂ ਨੇ ਪਾਰਟੀਆਂ? ਕਾਂਗਰਸ ਨੂੰ ਤਾਂ ਫਿਰ ਸੌਖਾ ਤਰੀਕਾ ਲੱਭਿਆ ਹੋਇਆ। ਸਹੀ ਹੈ ਤੁਹਾਡੀ ਗੱਲ। ਅਸੀਂ ਸਾਰੇ ਜਿਹੜੇ ਆਪੋਜੀਸ਼ਨ ਬੈਂਚਾਂ ਦੇ ਵਿੱਚ, ਛੋਟੇ ਹਾਊਸ, ਨਗਰ ਨਿਗਮ ਦੇ ਵਿੱਚ ਬੈਠੇ ਹਾਂ, ਅਸੀਂ ਆਪਣੀ ਪ੍ਰੋਪਰ ਜ਼ਿੰਮੇਵਾਰੀ ਨਹੀਂ ਨਿਭਾ ਸਕੇ। ਮੈਨੂੰ ਇਹ ਗੱਲ ਕਹਿਣ 'ਚ ਕੋਈ ਸੰਕੋਚ ਨਹੀਂ ਹੈਗਾ। ਜਿਹੜੀ ਜ਼ਿੰਮੇਵਾਰੀ ਆਪੋਜੀਸ਼ਨ ਦੀ, ਸਾਰੀਆਂ ਪਾਰਟੀਆਂ ਕਾਂਗਰਸ ਨੂੰ ਛੱਡ ਕੇ ਉਹ ਆਪਣੀ ਡਿਊਟੀ ਕਰਨ ਦੇ ਵਿੱਚ ਅਸਫਲ ਰਹੀਆਂ ਨੇ। ਮੈਂ ਕਾਉਂਸਲਰ ਹੁੰਦਾ ਸੀਗਾ ਯਾਰ, ਤਾਂ ਹੀ ਤੁਹਾਡੇ ਤੋਂ ਮੈਂ ਕਾਉਂਸਲਰ ਸੀਗਾ। ਤੋਂ ਵੱਧ ਨਗਰ ਨਿਗਮ ਨੂੰ ਕੋਈ ਨਹੀਂ ਸਮਝ ਸਕਦਾ। ਔਰ ਗੁਰੂ ਦੀ ਕਿਰਪਾ, ਮੈਂ ਕੁਝ ਨਹੀਂ ਕੀਤਾ, ਗੁਰੂ ਦੀ ਆਸ਼ੀਰਵਾਦ ਤੇ ਲੋਕਾਂ ਦੀ ਸਪੋਰਟ ਨੇ ਕਰਾਇਆ ਸਾਰਾ ਕੁਝ। ਕੀਰਤੀਮਾਨ ਜ਼ਰੂਰ ਸਥਾਪਿਤ ਕਰਕੇ ਦਿਖਾਇਆ। ਮੈਂ ਤਾਂ ਆਪਣੀ ਪਾਰਟੀ ਦੇ ਕਾਉਂਸਲਰ ਨੂੰ ਕਹਿ ਦਿੰਦਾ ਵੀ ਮੈਂ ਯਾਰ ਇਕੱਲਾ ਸੀ, 2002 ਦੇ ਵਿੱਚ ਇਕੱਲਾ ਕਾਉਂਸਲਰ ਸੀਗਾ, ਪਰ ਮੈਂ ਆਪਣੇ ਇਲਾਕੇ ਦੀ ਡਿਵੈਲਪਮੈਂਟ ਇਕੱਲੇ ਇੱਕ ਵਾਰਡ ਦੀ ਨਹੀਂ, ਲਾ ਢੋਲੇਵਾਲ ਤੋਂ ਲੈ ਕੇ ਲਾਹਰੇ ਤੱਕ। ਸੋ ਅੱਜ ਜਿਹੜੀ ਆਪੋਜੀਸ਼ਨ ਦੀ ਡਿਊਟੀ ਬਣਦੀ ਸੀ ਸਣੇ ਮੇਰੀ ਪਾਰਟੀ, ਉਹ ਸਾਡੇ ਸਾਥੀ ਸਾਰੇ ਆਪੋਜੀਸ਼ਨ ਕਾਉਂਸਲਰ ਸਾਹਿਬਾਨ ਨਿਭਾਉਣ ਦੇ ਵਿੱਚ ਕਮਜ਼ੋਰ ਸਿੱਧ ਹੋਏ ਆ। ਇੱਕ ਹੋਰ ਛੋਟੀ ਜੀ ਗੱਲ ਹੈ, ਸਾਡੇ ਚੈਨਲ ਵੱਲੋਂ ਇੱਕ ਸਮਾਰਟ ਲੁਧਿਆਣਾ ਨੂੰ ਸਮਾਰਟ ਬਣਾਉਣ ਲਈ ਮਿਸ਼ਨ ਚਲਾਇਆ ਗਿਆ। ਅਗਰ ਤੁਹਾਡੇ ਉਹ, ਕਿਉਂਕਿ ਸਰਦਾਰ ਬਲਵਿੰਦਰ ਸਿੰਘ ਬੈਂਸ ਉਹਨਾਂ ਦਾ ਹਲਕਾ ਹੈ, ਸ਼ੇਰਪੁਰ ਚੌਂਕ ਤੋਂ ਲੁਧਿਆਣੇ ਨੂੰ ਜਦੋਂ ਐਂਟਰ ਕਰਦੇ ਆ, ਇੰਨੀ ਮਾੜੀ ਹਾਲਤ ਹੈ ਸੜਕ ਦੀ ਕਿ ਲੋਕੀ ਨੂੰ ਸ਼ਰਮ ਆ ਜਾਂਦੀ ਵੀ ਅਸੀਂ ਲੁਧਿਆਣੇ 'ਚ ਐਂਟਰ ਕਰ ਰਹੇ ਆ। ਦੋਸਤੋ, ਜਿਹੜੀ ਸੜਕ ਸਰਵਿਸ ਰੋਡ ਹੈਗੀ ਆ, ਮੈਂ ਅਕਸਰ NHAI ਦੇ ਅਧਿਕਾਰੀਆਂ ਨੂੰ ਸੱਦ ਕੇ, ਇੱਕ ਤਾਂ ਪਹਿਲਾਂ ਜਿਹੜਾ A1 ਸਾਈਕਲ ਦੇ ਸਾਹਮਣੇ ਕੱਟ ਬੰਦ ਕੀਤਾ ਸੀ, ਉਹਦੇ ਕਰਕੇ ਸਾਰਾ ਟ੍ਰੈਫਿਕ ਇੰਨਾ ਜਾਮ ਸੀ, ਉਹ ਖਲਵਾਇਆ। ਸੋਮਾ ਕੰਪਨੀ ਨੇ ਉਹ ਰਿਪੇਅਰ ਕਰਨੀ ਆ ਸਰਵਿਸ ਰੋਡ। ਸੋਮਾ ਕੰਪਨੀ ਜਿਹੜੀ ਆ ਠੱਗਾਂ ਦਾ ਟੋਲਾ ਹੈਗਾ, ਉਹ NHAI ਦੇ ਅਧਿਕਾਰੀਆਂ ਨੂੰ ਵੀ ਕੁਝ ਨਹੀਂ ਸਮਝ। ਸਿਮਰਜੀਤ ਬੈਂਸ ਦਾ ਇੱਕ ਦਬਕਾ ਹੀ ਬੜਾ ਹੁੰਦਾ ਹੈ। ਮੈਂ NHAI ਨੂੰ ਇੱਕ ਪ੍ਰਪੋਜ਼ਲ ਭੇਜੀ ਡੀਓ ਲੈਟਰ ਦੇ ਰੂਪ ਦੇ ਵਿੱਚ, ਚੇਅਰਮੈਨ NHAI ਨੂੰ ਮੈਂ ਪ੍ਰਪੋਜ਼ਲ ਦਿੱਤੀ ਵੀ ਸਾਡੇ ਸ਼ਹਿਰ ਦਾ ਸੱਤਿਆਨਾਸ਼ ਕਰ ਦਿੱਤਾ ਜਿੱਦਣ ਦਾ ਤੁਹਾਡਾ ਨੈਸ਼ਨਲ ਹਾਈਵੇ ਜਲੰਧਰ ਬਾਈਪਾਸ ਢੰਡਾਰੀ ਤੋਂ ਸਰਵਿਸ ਰੋਡ ਉਹ ਕਪੈਸਿਟੀ 'ਚ ਨਹੀਂ ਹੈਗੀ ਕਿ ਉਹ ਆਵਾਜਾਈ ਦਾ ਲੋਡ ਲੈ ਸਕੇ। ਤੁਸੀਂ ਐਲੀਵੇਟਡ ਦਿਓ ਸਾਹਨੇਵਾਲ ਤੋਂ ਲੈ ਕੇ ਟਾਈਗਰ ਸਫਾਰੀ ਅਮਲਤਾਸ ਤੱਕ, ਤੁਸੀਂ ਐਲੀਵੇਟਡ ਰੋਡ ਦੇ ਦਿਓ ਤਾਂ ਕਿ ਥਰੜਾ ਸ਼ਹਿਰ ਦਾ ਟ੍ਰੈਫਿਕ ਸਮੂਥਲੀ ਪੁਰਾਣੀਆਂ ਸੜਕਾਂ ਤੇ ਚੱਲਦਾ ਰਹਿ ਜਾਵੇ। ਮੈਨੂੰ ਉਹਨਾਂ ਦਾ ਰਿਪਲਾਈ ਵੀ ਆਇਆ ਵੀ ਅਸੀਂ ਇਹਦੇ ਉੱਤੇ ਵਰਕਆਊਟ ਕਰਦੇ ਹਾਂ। ਅਸਲ ਹੱਲ ਇਹ ਆ, ਕਿਉਂਕਿ ਹੁਣ ਕਈ ਜਗ੍ਹਾ ਸਰਵਿਸ ਰੋਡ ਸਿਰਫ ਤੇ ਸਿਰਫ 14-15 ਫੁੱਟ ਉਹ ਵੀ ਟੋਏ ਪਏ ਹੋਏ ਵਿੱਚ ਉਹਦੇ। ਇਹ ਜਿਹੜੀ ਸੋਮਾ ਕੰਪਨੀ ਤੇ NHAI ਦੇ ਅਧਿਕਾਰੀਆਂ ਦੀ ਅਸਫਲਤਾ, NHAI ਨੇ ਜ਼ਿੰਮਾ ਲਿਆ ਵੀ ਅਸੀਂ ਇਸ ਰੋਡ ਨੂੰ, ਆ ਮੌਸਮ ਸਰਦੀ ਦਾ ਖਤਮ ਹੋ ਗਿਆ, ਉਹਨਾਂ ਨੇ ਕਿਹਾ ਵੀ ਅਸੀਂ ਇਹਨੂੰ ਰੀਕਾਰਪੈਟਿੰਗ ਆਪਣੇ ਪੱਧਰ ਤੇ ਕਰਕੇ ਦੇਵਾਂਗੇ। ਮੈਂ ਉਹੀ ਗੱਲ ਕਰ ਰਿਹਾ, ਅਸੀਂ ਬੀੜਾ ਚੁੱਕਿਆ ਕਿ ਪਹਿਲੇ ਜਗਰਾਉਂ ਪੁਲ ਨਹੀਂ ਬਣਿਆ ਸੀ, ਹੁਣ ਉਹੀ ਹਾਲ ਇਹ ਸੜਕ ਦਾ ਹੋ ਗਿਆ ਵੀ ਚਲੋ ਉਹ ਤੁਸੀਂ ਗੱਲ ਕੀਤੀ ਵੱਡਾ ਪ੍ਰੋਜੈਕਟ ਹੈਗਾ ਐਲੀਵੇਟਡ ਰੋਡ ਵਾਲਾ, ਲੇਕਿਨ ਇਹ ਸੜਕ ਰਿਪੇਅਰ ਸਿਮਰਜੀਤ ਬੈਂਸ ਦਾ ਇੱਕ ਦਬਕਾ ਹੀ ਕਾਫੀ। ਮੈਂ ਉਹਨਾਂ ਨੂੰ ਇਹੀ ਜਿਹੜੀ ਰਿਕੁਐਸਟ ਕੀਤੀ ਵੀ ਜਿਹੜਾ ਤੁਸੀਂ ਵਿੰਟਰ ਦੇ ਵਿੱਚ ਤੁਹਾਡੇ ਹੌਟ ਮਿਕਸ ਪਲਾਂਟ ਜਿਹੜੇ ਬੰਦ ਹੋ ਜਾਂਦੇ ਆ, ਐਂਡ ਉਹਨਾਂ ਨੇ ਇਨਸ਼ੋਰ ਕੀਤਾ ਸੀ ਵੀ ਮਾਰਚ ਦੇ ਫਸਟ ਵੀਕ ਅਸੀਂ ਰੀਕਾਰਪੈਟਿੰਗ ਕਰਾਂਗੇ, ਫਿਰ ਤੁਹਾਡਾ ਸਹਾਰਾ ਲੈ ਲਵਾਂਗੇ। ਜੇ NHAI ਨਹੀਂ ਮੰਨੂਗੀ ਮਨਾ ਲਾਂਗੇ ਉਹਨੂੰ। ਸਾਡਾ ਮਕਸਦ ਵੀ ਉਹੀ ਹੈ ਕਿ ਸ਼ਹਿਰ ਦੇ ਡਿਵੈਲਪਮੈਂਟ। ਤਾਂ ਇਹ ਸਨ ਸਾਡੇ ਨਾਲ ਸਿਮਰਜੀਤ ਸਿੰਘ ਬੈਂਸ। ਤੁਸੀਂ ਸੁਣਿਆ ਕਿ ਵਿਧਾਨ ਸਭਾ ਚੋਣਾਂ ਦੇ ਵਿੱਚ ਲੋਕ ਇਨਸਾਫ ਪਾਰਟੀ ਦਾ ਕੀ ਹੋਏਗਾ, ਹਾਲਾਂਕਿ ਸਪਸ਼ਟ ਨਹੀਂ ਹੋਇਆ ਕਿਉਂਕਿ ਟਾਈਮ ਵੀ ਬਹੁਤ ਪਿਆ, ਲੇਕਿਨ ਸਿਮਰਜੀਤ ਸਿੰਘ ਬੈਂਸ ਉਹਨਾਂ ਨੇ ਹੱਕ ਇੰਡੀਕੇਸ਼ਨ ਜ਼ਰੂਰ ਦੇਤੀ ਹੈ ਤੇ ਤੁਸੀਂ ਵੀ ਸਮਝਦਾਰ ਰਹੋ ਕਿ ਹੁਣ ਲੋਕ ਇਨਸਾਫ ਪਾਰਟੀ ਦਾ ਜਿਹੜਾ ਹੈ ਕੀ ਰੋਲ ਰਹੇਗਾ। ਤਾਂ ਜੁੜੇ ਰਹੋ ਸਾਡੇ ਨਾਲ। ਧੰਨਵਾਦ। ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਬਲਿਕ ਟਾਈਮਜ਼ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ।